ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਡਾਕਟਰ ਗਗਨਦੀਪ ਸਿੰਘ, PhD ਕੁਆਲੀਫਾਈਡ ਇਨ ਐਗਰੀਕਲਚਰ ਸਾਇੰਸਿਸ। ਸੋ ਆਪਾਂ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਬਹੁਤ ਹੀ ਜ਼ਰੂਰੀ ਆ, ਜੋ ਕਿ ਅੱਜ ਕੱਲ੍ਹ ਭਖਦਾ ਮਸਲਾ 3 ਕਾਲੇ ਕਾਨੂੰਨ, ਜਿਹਦੇ ਪਿੱਛੇ ਆਪਣੇ ਕਿਸਾਨ ਵਿਚਾਰੇ ਆ ਦਿੱਲੀ ਦੀਆਂ ਸੜਕਾਂ 'ਤੇ ਜਾ ਕੇ ਤੇ ਬੈਠੇ ਆ, ਦਿੱਲੀ ਨੂੰ ਘੇਰੀ ਬੈਠੇ ਆ ਅੱਜ। ਤੋ ਮੈਂ ਬਹੁਤ ਡਿਸਕਸ਼ਨ ਹੋ ਗਈ ਇਹਨਾਂ ਬਿਲਸ 'ਤੇ, ਬੜੇ ਬੁੱਧੀਜੀਵੀ ਸਾਡੇ ਵਾਂਗੂ ਜਿਹੜੇ ਵੱਡੇ ਵੱਡੇ ਐਕਸਪੀਰੀਅੰਸਡ ਵੀ ਨੇ, ਉਹਨਾਂ ਨੇ ਵੀ ਆਪਣੇ ਮੱਤ ਦੇਤੇ ਆ। ਲੇਕਿਨ ਟੈਕਨੀਕਲੀ ਇਹ ਹੈ ਕੀ, ਅਤੇ ਇਹਦੇ ਸੋਲਿਊਸ਼ਨਸ ਹਰ ਬੰਦੇ ਨੇ ਇਹ ਤਾਂ ਦੱਸਤਾ, ਵਕੀਲਾਂ ਨੇ, ਡਾਕਟਰਸ ਨੇ, ਜਿਹੜੇ ਬੁੱਧੀਜੀਵੀ ਆ ਉਹਨਾਂ ਨੇ, ਕਿਸਾਨਾਂ ਨੇ, ਇਹਨਾਂ ਦੇ ਆਪਣੇ ਆਗੂਆਂ ਨੇ, ਇਹਨਾਂ ਨੇ ਇਹ ਤਾਂ ਦੱਸਤਾ ਕਿ ਬਈ ਇਹ ਹੈ ਕੀ, ਪਰ ਇਹਦੇ ਸੋਲਿਊਸ਼ਨਸ ਕੀ ਆ। ਆਪਾਂ ਇਹਦੇ 'ਤੇ ਫੋਕਸ ਕਰਾਂਗੇ ਜ਼ਿਆਦਾ। ਹਜ਼ਾਰਾਂ ਹੀ ਵੀਡੀਓਜ਼ ਨੇ, ਮੈਂ ਤਾਂ ਹੀ ਸਿਰਫ ਛੋਟੀ ਸ਼ਾਰਟ ਵੀਡੀਓ ਬਣਾਉਣ ਲੱਗਿਆ ਇਹਦੇ ਸੋਲਿਊਸ਼ਨਸ 'ਤੇ, ਤਾਂ ਕਿ ਕਿਸਾਨ ਵਿਚਾਰੇ ਗੁੰਮਰਾਹ ਨਾ ਹੋਣ। ਇਹਦੇ 'ਤੇ ਦੋਸਤੋ ਅੱਜ ਦੀ ਡੇਟ 'ਚ ਜ਼ਿਆਦਾ ਪੋਲੀਟਿਕਸ ਹੋ ਰਹੀ ਆ, ਪੇਡ ਪੋਲੀਟਿਕਸ ਹੋ ਰਹੀ ਆ, ਜੋ ਕਿ ਸਭ ਨੂੰ ਦਿਖ ਰਿਹਾ। ਪਰ ਚਲੋ ਆਪਾਂ ਕਿਸਾਨਾਂ ਦੇ ਨਾਲ ਆ, ਆਪਾਂ ਨੂੰ ਇਹਨਾਂ ਦਾ ਦਰਦ ਸਮਝਣਾ ਚਾਹੀਦਾ, ਅਤੇ ਜਿੰਨੀ ਸਪੋਰਟ ਹੋ ਸਕਦੀ ਹੈ ਇਹਨਾਂ ਨੂੰ ਕਰਨੀ ਚਾਹੀਦੀ ਹੈ। ਦੇਖੋ, ਮੇਨ ਜਿਹੜੇ 3 ਕਾਲੇ ਕਾਨੂੰਨ, ਸਭ ਤੋਂ ਪਹਿਲਾ ਸਾਰੇ ਕਹਿੰਦੇ ਵੀ ਉਹ ਹੈਗਾ ਜੇ ਇਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ। ਇਸੈਂਸ਼ੀਅਲ ਕਮੋਡਿਟੀਜ਼ ਅਮੈਂਡਮੈਂਟ, ਜਿਹਦੇ 'ਚ ਗੌਰਮੈਂਟ ਨੇ ਕਿਹਾ ਕੀ ਆ ਕਿ ਵੀ ਕਿਸਾਨ ਜਿਹੜਾ ਜਾਂ ਕੋਈ ਵੀ ਆ, ਉਹ ਪਹਿਲਾਂ ਸਟੋਰੇਜ ਨਹੀਂ ਸੀ ਕਰ ਸਕਦਾ ਚੀਜ਼ਾਂ ਦੀ। ਮੰਨ ਲਓ ਉਹਨੇ ਆਲੂ ਉਗਾਇਆ, ਕਣਕ ਉਗਾਈ ਹੈ, ਜਾਂ ਕੋਈ ਹੋਰ ਸਬਜ਼ੀ ਬੀਜੀ ਹੈ, ਜਾਂ ਗੋਭੀ ਹੈ, ਜੋ ਵੀ ਹੈ ਵਾਟ ਐਵਰ, ਉਹ ਇਹਦੇ 'ਤੇ ਸਟੋਰੇਜ ਨਹੀਂ ਕਰ ਸਕਦਾ, ਕਿਉਂਕਿ ਸਟੋਰੇਜ ਨਾਲ ਕੀ ਹੁੰਦਾ, ਮਹਿੰਗਾਈ। ਕੋਈ ਬੰਦੇ ਨੇ ਜੋ ਚੀਜ਼ ਬਣਾਈ ਹੈ, ਉਹ ਅਗਰ ਉਹ ਆਪਣੇ ਘਰ 'ਚ ਹੀ ਰੱਖ ਲੂਗਾ ਅਤੇ ਬਾਹਰ ਉਹਦੀ ਡਿਮਾਂਡ ਵਧੂਗੀ, ਅਤੇ ਉਹ ਉਦੋਂ ਕੱਢੇਗਾ ਜਦੋਂ ਚੀਜ਼ ਦਾ ਰੇਟ ਵੱਧ ਜਾਏਗਾ। ਉਹੀ ਜੇ ਸਪਲਾਈ ਆਉਂਦੀ ਜਾਏਗੀ, ਮਾਰਕੀਟ ਚੀਜ਼ ਆਉਂਦੀ ਜਾਊਗੀ, ਅਤੇ ਉਹ ਜਿਹੜੀ ਆ ਰੇਟ ਉਹਦਾ ਨਹੀਂ ਵਧੇਗਾ। ਹੁਣ ਛੋਟਾ ਕਿਸਾਨ ਜਿਹੜਾ, ਉਹ ਵਿਚਾਰਾ ਕਿੱਥੇ ਸਟੋਰ ਕਰ ਲਏਗਾ? ਕੀ ਉਹਦੇ ਕੋਲ ਇੰਨੇ ਸਟੋਰੇਜ ਭੰਡਾਰ ਹੈਗੇ ਆ? ਸਰਕਾਰ ਕੋਲ ਨਹੀਂ ਹੈ। ਸਾਰਾ ਪੰਗਾ ਹੀ ਸਟੋਰੇਜ ਦਾ, ਕਿਉਂਕਿ ਸਰਕਾਰ ਖੁਦ ਸਟੋਰ ਨਹੀਂ ਕਰ ਪਾਉਂਦੀ ਕ੍ਰੌਪਸ ਨੂੰ, ਵੈਜੀਟੇਬਲਸ ਨੂੰ, ਫਰੂਟਸ ਨੂੰ। ਕਿਸਾਨ ਵਿਚਾਰਾ ਕਿੱਥੋਂ ਕਰ ਲੂਗਾ, ਹੈ ਨਾ? ਵੀ ਕਾਂਟ ਸਟੋਰ ਈਵਨ ਐਪਲ। ਆ ਬਾਰਡਰ 'ਤੇ ਇਸ ਟਾਈਮ ਹੁਣੇ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਦਿੱਲੀ ਬਾਰਡਰ 'ਤੇ ਜੰਮੂ ਸ਼੍ਰੀਨਗਰ ਤੋਂ ਆਏ ਇੰਨੇ ਸਾਰੇ ਟਰੱਕ ਐਪਲ ਦੇ ਖੜ੍ਹੇ ਆ, ਜਿਹੜੇ ਸੜ ਜਾਣਗੇ ਕਹਿੰਦੇ। ਕਮਾਲ ਦੀ ਗੱਲ ਹੈ ਯਾਰ, ਹਜ਼ਾਰਾਂ ਲੱਖਾਂ ਏਕੜ ਟਨ ਆਪਣੇ ਕੋਲ ਜ਼ਮੀਨ ਆ, ਅਤੇ ਕੀ ਆਪਾਂ ਉੱਥੇ ਸਟੋਰੇਜ ਨਹੀਂ ਬਣਾ ਸਕਦੇ? ਗੌਰਮੈਂਟ ਸਟੋਰੇਜ ਨਹੀਂ ਬਣਾ ਸਕਦੀ? ਨਹੀਂ ਆ ਆਪਣੇ ਕੋਲ, ਅਤੇ ਗੌਰਮੈਂਟ ਬਿੱਲ 'ਚ ਕਹਿ ਰਹੀ ਹੈ ਕਿ ਯੂ ਕੈਨ ਸਟੋਰ ਦ ਥਿੰਗਸ। ਹਾਊ ਕੈਨ ਦ ਸਟੋਰ ਥਿੰਗਸ? ਇੱਕ ਕਿਸਾਨ ਕਿੱਦਾਂ ਸਟੋਰ ਕਰ ਲੂਗਾ, ਛੋਟਾ ਕਿਸਾਨ ਜਿਹਦੀ 2-4 ਏਕੜ ਦੀ ਜ਼ਮੀਨ ਆ ਵਿਚਾਰੇ ਦੀ? ਸੋ ਬਹੁਤ ਇੰਪੋਰਟੈਂਟ ਪੁਆਇੰਟ ਆ। ਹੁਣ ਇਹਦਾ ਸੋਲਿਊਸ਼ਨ ਕੀ ਆ? 1955 ਤੋਂ ਪਹਿਲਾਂ ਤੱਕ ਸੀਗਾ ਵੀ ਕਰ ਸਕਦੇ ਸੀਗੇ, 1955 'ਚ ਬੈਨ ਹੋ ਗਿਆ, ਹੁਣ ਤੱਕ ਬੈਨ ਆ। ਹੁਣ ਮੋਦੀ ਗੌਰਮੈਂਟ ਕਹਿ ਰਹੀ ਆ ਵੀ ਆਪਾਂ ਇਹਨੂੰ ਸਟੋਰੇਜ ਕਰ ਸਕਦੇ ਹਾਂ, ਪਰ ਨੋਟ ਇਨ ਵੌਰ ਜਾਂ ਪੈਂਡੈਮਿਕ ਜਿਵੇਂ ਹੁਣ ਇਸ ਟਾਈਮ ਚੱਲ ਰਿਹਾ ਕਰੋਨਾ, ਇੱਦਾਂ ਦੀ ਕੋਈ ਕੁਦਰਤੀ ਆਪਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਐਪੀਡੈਮਿਕ ਆ, ਅਤੇ ਉਹਦੇ 'ਚ ਆਪਾਂ ਸਟੋਰ ਨਹੀਂ ਕਰ ਸਕਦੇ। ਅਤੇ ਉੱਦਾਂ ਅਗਰ ਅਸੀਂ ਸਟੋਰ ਕਰਨਾ ਚਾਹੀਏ ਤਾਂ ਕਰ ਸਕਦੇ ਹਾਂ। ਬਹੁਤ ਹੀ ਗਲਤ ਗੱਲ ਹੈ। ਇੱਦਾਂ ਮਹਿੰਗਾਈ ਵੱਧ ਜਾਏਗੀ ਬਹੁਤ ਜ਼ਿਆਦਾ। ਇਹਦਾ ਇੰਪੈਕਟ ਤਾਂ ਖਾਲੀ ਕਿਸਾਨਾਂ ਨੂੰ ਨਹੀਂ, ਸਾਡੇ 'ਤੇ ਵੀ ਆ, ਸਾਰੇ ਸ਼ਹਿਰੀਆਂ 'ਤੇ ਵੀ ਆ, ਹਰ ਵਰਗ ਦੇ ਬੰਦੇ 'ਤੇ ਆ। ਸੋ ਇਹ ਬਿਲਕੁਲ ਹੀ ਗਲਤ ਆ, ਇਹ ਰੱਦ ਹੋਣਾ ਚਾਹੀਦਾ। ਇਹਦੇ 'ਚ ਅਮੈਂਡਮੈਂਟ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ, ਠੀਕ ਹੈ? ਇਹਦੇ 'ਚ ਕੋਈ ਅਮੈਂਡਮੈਂਟ ਦੀ ਗੁੰਜਾਇਸ਼ ਜਿਹੜੀ ਆ ਉਹ ਨਹੀਂ ਆ। ਸੈਕਿੰਡ ਥਿੰਗ, ਜਿਹੜਾ ਮੇਨ ਬਵਾਲ ਦਾ ਕਾਰਨ ਆ, ਕੰਟਰੈਕਟ ਫਾਰਮਿੰਗ। ਬਿੱਲ ਦਾ ਨਾਮ ਹੈ ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਫਾਰਮ ਸਰਵਿਸ ਬਿੱਲ। ਇਹ ਹੈ ਕੰਟਰੈਕਟ ਫਾਰਮਿੰਗ। ਇਹਦੇ 'ਚ ਕੀ ਹੋਊਗਾ? ਵੱਡੀਆਂ ਵੱਡੀਆਂ ਕੰਪਨੀਆਂ ਦੇ ਸਰਮਾਏਦਾਰ ਆਫਿਸਰਸ ਤੁਹਾਡੇ ਕੋਲ ਆਉਣਗੇ, ਕਹਿਣਗੇ ਹਾਂਜੀ ਵੀ, ਜਿਵੇਂ ਕੋਈ ਐਗਜ਼ਾਮਪਲ, ਆਪਾਂ ਪੀਨਟਸ ਦਾ ਪੈਕਟ ਆਉਂਦਾ, ਹਰ ਘਰ 'ਚ ਲੋਕ ਖਾਂਦੇ ਉਹਨੂੰ, ਠੀਕ ਹੈ, ਚਾਹ ਨਾਲ, ਸਨੈਕਸ ਨਾਲ, ਡਰਿੰਕਸ ਨਾਲ। ਹੁਣ ਉਹ ਪੀਨਟ ਜਿਹੜਾ ਬਣਦਾ ਮੂੰਗਫਲੀ ਤੋਂ, ਮੂੰਗਫਲੀ ਤੋਂ ਬਣਦਾ। ਹੁਣ ਉਹ ਇੱਕ ਖੇਤ ਛੋਟਾ ਜਿਹਾ ਤਾਂ ਚਾਹਣਗੇ ਨਹੀਂ, ਕੰਪਨੀ ਜਿਹੜੀ ਹੈ ਉਹਨੇ ਪੀਨਟ ਇੰਨੀ ਬਲਕ 'ਚ ਬਣਾਉਣਾ, ਇੰਨਾ ਪੈਕਟ ਉਹਨਾਂ ਨੇ ਬਣਾਉਣਾ, ਉਹਨਾਂ ਨੂੰ ਕਿੰਨੀ ਸਾਰੀ ਮੂੰਗਫਲੀ ਚਾਹੀਦੀ ਆ, ਹਜ਼ਾਰਾਂ ਏਕੜ ਦੀ ਜ਼ਮੀਨ ਚਾਹੀਦੀ ਆ। ਉਹ ਇੱਕ ਵਿਲੇਜ 'ਚ ਜਾਣਗੇ,
ਉਹਨਾਂ ਨੇ ਕਹਿਣਾ ਵੀ ਹਾਂ ਵੀ ਸਾਨੂੰ ਸਾਰਾ ਵਿਲੇਜ, ਸਾਰੇ ਫਾਰਮਰਸ ਆਪੋ ਆਪਣੀ ਜ਼ਮੀਨ ਜਿਹੜੀ ਆ ਸਾਨੂੰ ਦਿਓ, ਅਸੀਂ ਇੱਥੇ ਮੂੰਗਫਲੀ ਉਗਾਉਣੀ ਆ। ਹੁਣ ਕਿਸਾਨ ਵੀ ਬਹਿਕਣੇ ਨਹੀਂ ਚਾਹੀਦੇ। ਦੋ ਗੱਲਾਂ ਇਹਦੇ 'ਚ, ਇੱਕ ਤਾਂ ਇਹ ਆ ਵੀ ਕਿਸਾਨ ਕੰਟਰੈਕਟ ਕਰਨ ਹੀ ਨਾ। ਦੂਜੀ ਗੱਲ ਜੇ ਕਿਸਾਨ ਕਰਦੇ ਵੀ ਆ ਤੇ ਇਹ 'ਚ ਗੌਰਮੈਂਟ ਨੇ ਕੀ ਕੀਤਾ ਅੱਗੋਂ ਵੀ ਕੱਲ੍ਹ ਨੂੰ ਜੇ ਮੰਨ ਲਓ ਜਿੰਨੀ ਫਸਲ ਖਰਾਬ ਹੋਈ ਉਹਦੀ ਰਿਸਪੌਂਸਿਬਿਲਟੀ ਕਿਸਾਨ ਦੀ, ਤੇ ਜਿਹੜੀ ਬਚ ਗਈ ਉਹ ਕੰਪਨੀ ਲੈ ਜਾਏਗੀ। ਹੁਣ ਕੰਪਨੀ ਜੇ ਨਾ ਲੈ ਕੇ ਗਈ ਤੇ ਫਿਰ ਕਿਸਾਨ ਕਿੱਥੇ ਜਾਏਗਾ? ਕੋਰਟ 'ਚ ਨਹੀਂ ਜਾ ਸਕਦਾ। ਮਤਲਬ ਟੋਟਲੀ ਕਿਸਾਨ ਦਾ ਇਹ 'ਚ ਨੁਕਸਾਨ ਹੀ ਨੁਕਸਾਨ ਆ। ਕੋਰਟ 'ਚ ਨਹੀਂ ਜਾ ਸਕਦਾ, ਹਾਈ ਕੋਰਟ ਨਹੀਂ, ਕੋਈ ਸੈਸ਼ਨ ਕੋਰਟ ਨਹੀਂ, ਕਿਤੇ ਨਹੀਂ ਜਾ ਸਕਦਾ। ਉਹ ਜਾਏਗਾ ਤੇ SDM ਕੋਲ। ਯਾਰ SDM ਦਾ ਕੀ ਹੁੰਦਾ? SDM ਦਾ ਇੱਕ ਆਫਿਸਰ ਆ, ਉਹਦੀ ਤਾਂ ਰੋਜ਼ ਟ੍ਰਾਂਸਫਰ ਹੁੰਦੀ ਰਹਿੰਦੀ ਆ, ਹੈ ਨਾ। ਅਤੇ ਕਿੰਨੇ ਕੁ ਦਿਨ ਤੁਸੀਂ ਗੇੜੇ ਮਾਰ ਲਓਗੇ? ਅੱਧੇ ਦਿਨ ਤੁਹਾਨੂੰ ਮਿਲੂਗਾ ਹੀ ਨਹੀਂ ਉੱਥੇ SDM, ਜਾਂ ਬਿਜ਼ੀ ਹੋਊਗਾ, ਠੀਕ ਹੈ। ਅਤੇ ਉਹ ਕਿੰਨੀ ਕੁ ਵੱਡੀ ਕਿਤੇ ਪਾਵਰ ਹੁੰਦਾ SDM, ਉਹ ਕਿਤੇ ਕੰਪਨੀ ਦੇ ਕਿਸੇ ਵੱਡੇ ਬੰਦੇ ਨੂੰ ਕਹਿ ਸਕਦਾ ਜਾ ਕੇ? ਜਦ ਤੁਸੀਂ ਕੋਰਟ ਹੀ ਨਹੀਂ ਜਾ ਸਕਦੇ ਅਤੇ ਫਿਰ ਉਹਦੀ ਕੀ ਪ੍ਰੋਸੀਡਿੰਗ ਹੋਊਗੀ? ਨਥਿੰਗ। ਇੱਥੇ ਗੌਰਮੈਂਟ ਟੋਟਲੀ ਗਲਤ ਕਰ ਰਹੀ ਆ। ਹੁਣ ਆਪਾਂ ਆਈਏ ਸੋਲਿਊਸ਼ਨ ਵੱਲ। ਆਪਾਂ ਜ਼ਿਆਦਾ ਲੰਬੀ ਨਹੀਂ ਖਿੱਚਣੀ ਵੀਡੀਓ, ਆਪਾਂ ਇਹਦਾ ਸੋਲਿਊਸ਼ਨ ਲੱਭਣਾ। ਸੋ ਬੜੀ ਰਿਸਰਚ ਦੇ ਬਾਅਦ ਇਹਦਾ ਇਹ ਸੋਲਿਊਸ਼ਨ ਹੋ ਸਕਦਾ, ਇਹ ਅਮੈਂਡਮੈਂਟ ਹੋ ਸਕਦੀ ਆ ਕਿ ਇਹਦੇ 'ਚ ਗੌਰਮੈਂਟ, ਕਿਸਾਨ ਜਿਹੜੇ ਗੌਰਮੈਂਟ ਨੂੰ ਕਹਿਣ ਬਈ SDM ਦੀ ਬਜਾਏ ਇਹ ਜਿਹੜਾ ਕੰਟਰੈਕਟ ਹੋਊਗਾ ਇਹ ਬਲਾਕ ਸਮਿਤੀ ਦੇ ਮੈਂਬਰ, ਪੰਚਾਇਤ, ਸਰਪੰਚ ਦੀ ਪ੍ਰੈਜ਼ੈਂਸ 'ਚ ਹੋਊਗਾ। ਕਿਉਂਕਿ ਉਹਨਾਂ ਨੂੰ ਤਾਂ ਸਾਰਾ ਪਿੰਡ ਚਾਹੀਦਾ, ਸਾਰੀ ਵਿਲੇਜ ਦੀ ਜ਼ਮੀਨ ਚਾਹੀਦੀ ਹੋਊਗੀ, ਅਤੇ ਸਾਰੇ ਵਿਲੇਜ ਦੀ ਜ਼ਮੀਨ ਲੈਣ ਲਈ ਸਾਰਾ ਵਿਲੇਜ ਇਕੱਠਾ ਵੀ ਤਾਂ ਕਰਨਗੇ, ਪੰਚਾਇਤ ਬੁਲਾਉਣਗੇ, ਸਰਪੰਚ ਆਊਗਾ, ਬਲਾਕ ਸਮਿਤੀ ਦੇ ਮੈਂਬਰਸ ਆਉਣਗੇ, ਉਹ ਸਾਰੇ ਆ ਕੇ ਉੱਥੇ ਇਕੱਠੇ ਹੋ ਕੇ ਅਤੇ ਗੱਲਬਾਤ ਕਰਨਗੇ, ਅਤੇ ਉਹਨਾਂ ਦੀ ਪ੍ਰੈਜ਼ੈਂਸ 'ਚ ਹੋਣਾ ਚਾਹੀਦਾ। ਅਤੇ ਇਹਦੇ 'ਚ ਅਗਰ ਕੋਈ ਘੁਟਾਲਾ ਹੁੰਦਾ, ਕੱਲ੍ਹ ਨੂੰ ਕੰਪਨੀ ਮਨਾ ਕਰਦੀ ਪੈਸੇ ਦੇਣ ਲਈ, ਅਤੇ ਉਹ ਬੰਦਾ ਰਿਸਪੌਂਸਿਬਲ ਹੋਣਾ ਚਾਹੀਦਾ। ਸਰਪੰਚ, ਬਲਾਕ ਸਮਿਤੀ ਦੇ ਮੈਂਬਰ, ਪੰਚਾਇਤੀ ਮੈਂਬਰ। ਕਿਉਂ? ਰੀਜ਼ਨ, 5 ਸਾਲ ਬਾਅਦ ਵਿਲੇਜ ਹੁੰਦੀਆਂ ਇਲੈਕਸ਼ਨਾਂ। ਜੇ ਉਹ ਸਰਪੰਚ ਜਾਂ ਬਲਾਕ ਸਮਿਤੀ ਦੇ ਮੈਂਬਰ ਤੁਹਾਡੇ ਨਾਲ ਚੀਟਿੰਗ ਕਰਦੇ, ਧੋਖਾ ਦਿੰਦੇ ਆ ਅਤੇ ਕੰਪਨੀ ਨਾਲ ਰਲ ਜਾਂਦੇ ਆ, ਅਤੇ 5 ਸਾਲ ਬਾਅਦ ਜਦੋਂ ਵੋਟਾਂ ਪੈਣੀਆਂ ਅਤੇ ਵੋਟਾਂ 'ਚ ਉਹਨਾਂ ਨੂੰ ਧੂੜ ਚਟਾ ਦਿਓ, ਵੋਟ ਨਾ ਪਾਇਓ ਉਹਨਾਂ ਨੂੰ, ਨਾ ਇਹੋ ਜਿਹੀ ਬਲਾਕ ਸਮਿਤੀ ਦੇ ਕਿਸੇ ਮੈਂਬਰ ਨੂੰ ਦੂਜਾ ਸਰਪੰਚ ਬਣਾਓ। ਇਹਦੇ ਨਾਲ ਇੱਕ ਮੈਸੇਜ ਜਾਊਗਾ ਵੀ ਅਸੀਂ ਯਾਰ ਜੇ ਗਲਤ ਕਰਾਂਗੇ ਤਾਂ ਸਾਡੇ ਨਾਲ ਵੀ ਗਲਤ ਹੋ ਸਕਦਾ। ਇਹ ਇੱਕ ਅਮੈਂਡਮੈਂਟ ਇਹ 'ਚ ਹੋ ਸਕਦੀ ਹੈ, ਮਤਲਬ ਇਹ 'ਚ ਪ੍ਰੋਬੇਬਿਲਿਟੀ ਹੈ ਕਿ ਇਸ ਅਮੈਂਡਮੈਂਟ ਨਾਲ ਇਸ ਬਿੱਲ 'ਚ ਕਾਫੀ ਸੁਧਾਰ ਹੋ ਜਾਏਗਾ। ਸੋ ਦਿਸ ਇਜ਼ ਦ ਐਕਚੁਅਲ ਸੋਲਿਊਸ਼ਨ। ਦੂਜਾ, ਉਸ ਤੋਂ ਬਾਅਦ ਵੀ ਅਗਰ ਕੋਈ ਧੋਖਾਧੜੀ ਹੁੰਦੀ ਹੈ ਤੇ ਕੋਰਟ ਜਾਣ ਦੀ ਜਿਹੜੀ ਪਰਮਿਸ਼ਨ ਆ ਉਹ ਇੰਡੀਅਨ ਹੋਣ ਦੇ ਨਾਤੇ ਹਰ ਬੰਦੇ ਨੂੰ ਚਾਹੀਦੀ ਆ, ਚਾਹੇ ਕੋਈ ਵੀ ਬਿੱਲ ਹੈ, ਫਿਰ ਚਾਹੇ ਉਹ SDM ਦੀ ਪ੍ਰੈਜ਼ੈਂਸ 'ਚ ਕਰੋ, ਭਾਵੇਂ ਬਲਾਕ ਸਮਿਤੀ ਦੀ ਪ੍ਰੈਜ਼ੈਂਸ 'ਚ ਕਰੋ, ਕੋਰਟ ਸ਼ੁੱਡ ਬੀ ਓਪਨ ਫॉर ਕਿਸਾਨਸ। ਇਹ ਤਾਂ ਆਪਾਂ ਕੰਪਨੀ ਨੂੰ ਡਾਇਰੈਕਟ ਫਾਇਦਾ ਦੇ ਰਹੇ ਹਾਂ ਨਾ ਵੀ ਕੰਪਨੀ ਜੋ ਮਰਜ਼ੀ ਕਰੇ, ਫਿਰ ਆ ਕੇ ਜਦ ਕੋਰਟ ਨਹੀਂ ਜਾ ਸਕਦੇ ਤੇ ਫਿਰ ਕੱਲ੍ਹ ਨੂੰ ਕੀ ਉਹ 'ਚ ਹੋਊਗਾ? ਕੁਛ ਵੀ ਨਹੀਂ ਹੋ ਸਕਦਾ। ਮਤਲਬ ਮੰਨ ਲਓ ਆਪਾਂ ਕਨਵਿਕਸ਼ਨ ਤੈਅ ਵੀ ਕਰ ਦਿੰਦੇ ਹਾਂ, ਕੋਰਟ ਹੀ ਕਨਵਿਕਟਡ ਨਹੀਂ ਕਰੇਗੀ ਤੇ ਪੁਲਿਸ ਕਿੱਦਾਂ ਫੜੇਗੀ ਕਿਸੇ ਨੂੰ ਕਿ ਧੋਖਾ ਹੋਇਆ ਬੰਦੇ ਨਾਲ, ਹੈ ਨਾ? ਇਹ ਤਾਂ ਹੋ ਹੀ ਨਹੀਂ ਸਕਦਾ। ਲੇਕਿਨ ਗੌਰਮੈਂਟ 'ਚ ਕੀ ਕਹਿ ਰਹੀ ਹੈ? ਗੌਰਮੈਂਟ ਇਹ ਕਹਿ ਰਹੀ ਹੈ ਵੀ ਅਸੀਂ ਜਿਹੜਾ ਆਪਣਾ ਮੰਡੀ ਦਾ ਜਿਹੜਾ ਸਿਸਟਮ ਹੈ ਉਹਨੂੰ ਚੇਂਜ ਕਰਨਾ ਚਾਹੁੰਦੇ ਹਾਂ। ਗੌਰਮੈਂਟ ਦੀ ਗੱਲ ਸਹੀ ਹੈ ਵੀ FCA ਦੇ ਆਫਿਸਰ ਜਿਹੜੇ ਆ ਬੜੇ ਕਰਪਟ ਹੈ। ਜਦੋਂ ਕਿਸਾਨ ਕੋਈ ਵਿਚਾਰਾ ਜਾਂਦਾ ਆਪਣੀ ਫਸਲ ਲੈ ਕੇ, ਕਣਕ ਲੈ ਕੇ, ਝੋਨਾ ਲੈ ਕੇ, ਉਹ ਪਹਿਲਾਂ ਤਾਂ ਇਹੀ ਟਰਕਾ ਦਿੰਦੇ ਸਾਡੇ ਕੋਲ ਜਗ੍ਹਾ ਹੈ ਨਹੀਂ ਯਾਰ, ਕੱਲ੍ਹ ਆਈ ਪਰਸੋਂ ਆਈ, ਹੈ ਨਾ? ਇੰਨੇ ਕਰਦੇ ਉਹ ਫਿਰ ਬਾਹਰਲੀ ਮੰਡੀ ਜਾ ਕੇ ਵੇਚਦੇ ਆ। ਹੁਣ ਇਹੋ ਸੰਦਰਭ ਦੇ ਵਿੱਚ ਹੁਣ ਤੀਜਾ ਕਾਨੂੰਨ, ਤੀਸਰਾ ਕੀ, ਇੱਕ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ। ਮੈਕਸੀਮਮ ਵਾਇਲੈਂਸ ਇਹਨੂੰ ਲੈ ਕੇ ਆ, ਇਸ ਬਿੱਲ ਨੂੰ ਲੈ ਕੇ ਕੀ ਆ ਕਿ ਫਾਰਮਰ ਜਿਹੜੇ ਆ ਇਹ ਆਪਣਾ ਜਿਹੜਾ ਫਸਲ ਆ ਕਹਿੰਦੇ ਜੀ ਪੂਰੇ ਇੰਡੀਆ 'ਚ ਕਿਤੇ ਉਹ ਤਾਂ ਪਹਿਲਾਂ ਹੀ ਵੇਚ ਸਕਦੇ, ਲੇਕਿਨ ਕੀ ਅੱਜ ਇੱਕ ਆਮ ਛੋਟਾ ਕਿਸਾਨ ਆਪਣੀ ਪੰਜਾਬ ਤੋਂ ਫਸਲ ਲੈ ਕੇ UP ਵੱਲ ਜਾ ਸਕਦਾ, ਬਿਹਾਰ ਵੱਲ ਜਾ ਸਕਦਾ, ਕਿਤੇ ਹੋਰ ਜਾ ਸਕਦਾ? ਨਹੀਂ ਜਾ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਹੀ ਨਹੀਂ। ਉਹਦੇ ਕੋਲ ਤਾਂ ਲੈ ਦੇ ਕੇ ਇੱਕ ਟਰੈਕਟਰ ਹੁੰਦਾ, ਉਹਦੀ ਵੀ ਕਿਸ਼ਤਾਂ ਤਾਰਨੀਆਂ ਹੁੰਦੀਆਂ ਉਹਨੇ। ਉਹ ਕਿੰਨਾ ਕੁ ਮਤਲਬ ਕਿ ਖਰਚਾ ਝੇਲ ਕੇ ਜਾਂ ਕਿੰਨਾ ਕੁ ਆਪਣੇ ਆਪ 'ਤੇ ਬੋਝ ਪਾ ਕੇ ਅਤੇ ਆਪਣੀ ਫਸਲ ਜਿਹੜੀ, ਅਤੇ ਉੱਥੇ ਜਾ ਕੇ ਵੀ ਕੀ ਗਰੰਟੀ ਵਿਕੇ ਨਾ ਵਿਕੇ? ਜਿਹੋ ਜਿਹੀ ਮੰਡੀ ਇੱਥੇ ਉਹੋ ਜਿਹੀ ਮੰਡੀ ਉੱਥੇ। ਜੇ ਇੱਕ ਦੇਸ਼ ਇੱਕ ਮੰਡੀ ਹੋਈ ਗਈ ਤਾਂ ਇਹ ਗਲਤ ਆ, ਇਹ ਟੋਟਲੀ ਗਲਤ ਆ। ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਆ, ਇਹ ਵਾਕਈ ਹਿੱਤ 'ਚ ਨਹੀਂ ਆ। ਮੈਂ ਇੱਕ ਕੁਆਲੀਫਾਈਡ ਪਰਸਨ ਹੋ ਕੇ ਕਹਿ ਰਿਹਾ ਕਿ ਇਹ ਵਾਕਈ ਕਿਸਾਨਾਂ ਦੇ ਹਿੱਤ 'ਚ ਨਹੀਂ ਆ।
ਲੇਕਿਨ ਕਿਸਾਨਾਂ ਨੂੰ ਵੀ ਜ਼ਿਆਦਾ ਬਹਿਕਣਾ ਨਹੀਂ ਚਾਹੀਦਾ, ਕਿਸੇ ਦੇ ਬਹਿਕਾਵੇ 'ਚ ਨਹੀਂ ਆਉਣਾ ਚਾਹੀਦਾ, ਆਪਣੀ ਗੱਲ ਰੱਖਣੀ ਚਾਹੀਦੀ ਹੈ ਗੌਰਮੈਂਟ ਅੱਗੇ ਵੀ ਆਹ ਅਮੈਂਡਮੈਂਟ ਕਰਕੇ ਦਿਓ ਅਤੇ ਆਹ ਚੀਜ਼ ਨੂੰ ਬੰਦ ਕਰਕੇ ਦਿਓ, ਨਹੀਂ ਤੇ ਅਸੀਂ ਨਹੀਂ ਮੰਨਦੇ, ਪੰਜਾਬ ਹਰਿਆਣਾ ਨੂੰ ਐਗਜ਼ੈਂਪਟ ਕਰ ਦਿਓ ਇਹਦੇ 'ਚੋਂ। ਬਹੁਤ ਸ਼ੋਸ਼ਣ ਹੋਣਾ ਇਹਦੇ ਨਾਲ, ਠੀਕ ਹੈ ਜੀ। ਹੁਣ ਮੰਡੀ ਜੇ ਗੌਰਮੈਂਟ ਖਤਮ ਕਰ ਦੂਗੀ, ਮੰਡੀ 'ਚ ਹੁੰਦੇ ਆੜਤੀ, ਆੜਤੀਆਂ ਦਾ ਅਤੇ ਕਿਸਾਨਾਂ ਦਾ ਬੜਾ ਗੂੜਾ ਸੰਬੰਧ ਆ। ਕਿਸ ਤਰ੍ਹਾਂ ਕਿ ਜਿਵੇਂ ਇੱਕ ਕਿਸਾਨ ਤੇ ਉਹਨੂੰ ਉਦੋਂ ਪੈਸੇ ਮਿਲਣੇ ਜਦੋਂ ਉਹਦੀ ਫਸਲ ਪੂਰੀ ਹੋ ਜਾਏਗੀ, ਕਟਾਈ ਹੋਏਗੀ ਅਤੇ ਫਸਲ ਮੰਡੀ 'ਚ ਜਾਏਗੀ। ਲੇਕਿਨ ਮੀਨਵਾਈਲ ਅਗਰ ਉਹਨੂੰ ਕਟਾਈ ਤੋਂ ਪਹਿਲਾਂ ਹੀ ਪੈਸੇ ਦੀ ਲੋੜ ਪੈ ਗਈ ਆਪਣੇ ਟਰੀਟਮੈਂਟ ਵਾਸਤੇ, ਐਜੂਕੇਸ਼ਨ ਵਾਸਤੇ, ਮੈਰਿਜ ਵਾਸਤੇ, ਉਹਨੂੰ ਕੋਈ ਬੈਂਕ ਲੋਨ ਨਹੀਂ ਦਿੰਦਾ। ਜਿਹੜੇ ਦਿੰਦੇ ਆ ਤਾਂ ਹੀ ਖੁਦਕੁਸ਼ੀਆਂ ਕਰਦੇ ਵਿਚਾਰੇ, ਖੁਦਕੁਸ਼ੀਆਂ ਕਰਦੇ ਤਾਂ ਹੀ ਵਿਚਾਰੇ, ਹੈ ਨਾ। ਕੋਈ ਲੋਨ ਨਹੀਂ ਦਿੰਦਾ ਚੱਜ ਨਾਲ ਉਹਨਾਂ ਨੂੰ ਪੈਸੇ ਦਿੰਦੇ ਆੜਤੀ, ਕਿਉਂਕਿ ਆੜਤੀ ਨੂੰ ਪਤਾ ਯਾਰ ਮੈਂ ਇਹਨੂੰ ਪੈਸੇ ਦੇ ਦਾਂਗਾ, ਮੈਂ ਇਹਦੀ ਜਦੋਂ ਦੀ ਫਸਲ ਆਉਣੀ ਆ ਮੈਂ ਉਹਦੇ ਤੋਂ ਆਪਣੀ ਰਿਕਵਰੀ ਕਰ ਲੈਣੀ ਆ। ਉਹਨੂੰ ਪਤਾ ਹੁੰਦਾ ਅੱਜ ਨਹੀਂ ਤਾਂ ਅਗਲੀ ਫਸਲ ਸਹੀ, ਨਹੀਂ ਤਾਂ ਉਸ ਤੋਂ ਅਗਲੀ ਫਸਲ ਸਹੀ। ਆੜਤੀਆਂ ਨੂੰ ਪਤਾ ਹੁੰਦਾ ਕਿ ਯਾਰ ਮੈਂ ਆਪਣੀ ਰਿਕਵਰੀ ਕਰ ਲੈਣੀ ਹੈ। ਉਹਦੇ 'ਚ ਨਾ ਪੇਪਰ ਵਰਕ ਹੁੰਦਾ, ਨਾ ਬਹੁਤਾ ਕੁਛ ਹੁੰਦਾ, ਝਮੇਲਾ ਬਸ ਗਏ ਅਤੇ ਰਾਤ ਬਰਾਤੇ ਵੀ ਜਾ ਕੇ ਇਹਨਾਂ ਨੂੰ ਪੈਸੇ ਮਿਲ ਜਾਂਦੇ ਆ, ਜਿਹੜੇ ਕਿ ਗੌਰਮੈਂਟ ਕਦੇ ਵੀ ਨਹੀਂ ਦਿੰਦੀ। ਗੌਰਮੈਂਟ ਦਾ ਕਿੰਨਾ ਇੱਕ ਪੇਪਰ ਟ੍ਰੇਲ ਹੁੰਦਾ। ਸੋ ਇਹ ਵੀ ਚੀਜ਼, ਇਹੀ ਚੀਜ਼ ਆ, ਆਹੀ ਬਵਾਲ ਆ ਸਾਰਾ ਇਹਦੇ 'ਚ। ਹੁਣ ਆਪਾਂ ਆਈਏ ਇਹਦੇ ਸੋਲਿਊਸ਼ਨ ਵੱਲ। ਸੋਲਿਊਸ਼ਨ ਕੀ ਆ? ਸੋਲਿਊਸ਼ਨ ਇਹਦਾ ਇਹ ਆ ਵੀ ਇੱਕ ਤਾਂ ਗੌਰਮੈਂਟ ਨੂੰ ਜਿਹੜੀ ਆਪਣੀ MSP ਆ ਉਹ ਵਾਕਈ ਫਿਕਸ ਕਰਨੀ ਚਾਹੀਦੀ ਆ। ਯਾਰ ਕਿਸਾਨ ਵਿਚਾਰਾ ਕੀ ਮੰਗਦਾ, ਉਹ ਪੂਰੇ ਦੇਸ਼ ਦਾ ਅੰਨਦਾਤਾ ਹੁੰਦਾ, ਉਹ ਪੂਰੇ ਦੇਸ਼ ਦਾ, ਅਤੇ ਉਹਨੂੰ ਆਪਣੀ ਫਸਲ ਵੇਚਣ ਲਈ ਤਰਲੇ ਮਿੰਨਤਾਂ ਮਾਰਨੇ ਪੈਂਦੇ ਅਲੱਗ-ਅਲੱਗ ਜਗ੍ਹਾ ਜਾ ਕੇ, ਇੰਨੇ ਦੀ ਵੇਚ ਲਓ, ਇੰਨੇ ਦੀ ਵੇਚ ਲਓ। ਤੁਹਾਨੂੰ ਪਤਾ MSP ਹੋਣ ਦੇ ਬਾਵਜੂਦ ਵੀ, ਮਿਨੀਮਮ ਸੇਲ ਪ੍ਰਾਈਸ ਹੋਣ ਦੇ ਸਪੋਰਟ ਪ੍ਰਾਈਸ ਹੋਣ ਦੇ ਬਾਵਜੂਦ ਵੀ ਕਿਸਾਨ ਨੂੰ ਉਹ ਪ੍ਰਾਈਸ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਬਿਕੋਜ਼ ਆਫ ਕਰਪਟ ਆਫਿਸਰਸ। ਸਿਸਟਮ ਚੇਂਜ ਹੋਣਾ ਚਾਹੀਦਾ। ਗੌਰਮੈਂਟ ਦੀ ਨੀਤੀ 'ਤੇ ਸ਼ੱਕ ਨਹੀਂ ਆ, ਨੀਅਤ 'ਤੇ ਸ਼ੱਕ ਨਹੀਂ ਆ, ਨੀਤੀ 'ਤੇ ਸ਼ੱਕ ਆ। ਗੌਰਮੈਂਟ ਦੀ ਨੀਅਤ ਸਹੀ ਆ ਵੀ ਜਿਹੜੇ ਵਿਚਲੇ ਵਿਚੋਲੀਏ ਆ, ਜਿਹੜੇ ਕਰਪਟ ਬੰਦੇ, ਉਹਨਾਂ ਨੂੰ ਮੰਜੀ ਠੋਕ ਦੇਣੀ ਚਾਹੀਦੀ ਆ, ਪਰ ਗੌਰਮੈਂਟ ਦੀ ਜਿਹੜੀ ਨੀਤੀ ਆ ਉਹ ਠੀਕ ਨਹੀਂ। ਹੁਣ ਇਹ ਸਾਰੇ ਬਿਲਸ 'ਚ ਕੋਈ ਕੰਪਨੀ ਦਾ ਬੰਦਾ ਕਿਉਂ ਨਹੀਂ ਮਾਰਚ ਕਰਦਾ ਪਿਆ? ਕਿਉਂਕਿ ਉਹਨੂੰ ਪਤਾ ਉਹਦਾ ਨੁਕਸਾਨ ਹੀ ਹੈ। ਉਹਨੇ ਜੇ ਕੰਟਰੈਕਟ ਕੀਤਾ ਨਾ, ਪੈਸੇ ਤਾਂ ਨਹੀਂ ਦਿੱਤੇ। ਪੈਸੇ ਤਾਂ ਉਦੋਂ ਹੀ ਦੇਊਗਾ ਨਾ ਜਦੋਂ ਉਹਦੀ ਫਸਲ ਆਊਗੀ, ਅਤੇ ਉਹ ਜੇ ਖਰਾਬ ਆਏ ਤਾਂ ਨੁਕਸਾਨ ਉਹਦਾ, ਕਿਸਾਨ ਦਾ। ਕੰਪਨੀ ਦਾ ਫਿਰ ਨੁਕਸਾਨ, ਕੰਪਨੀ ਤੋਂ ਫਾਇਦਾ ਹੀ ਫਾਇਦਾ। ਉਹਨੂੰ ਤਾਂ ਜੋ ਚਾਹੀਦਾ ਉਹਨੂੰ ਮਿਲ ਗਿਆ। ਉਹਨੂੰ ਆਲੂ ਚਾਹੀਦੇ ਆ, ਪੂਰੇ ਫਾਰਮ 'ਚੋਂ ਆਲੂ ਮਿਲ ਜਾਣੇ ਆ। ਉਹਨੂੰ ਜੇ ਮੂੰਗਫਲੀ ਚਾਹੀਦੀ ਆ, ਪੂਰੇ ਫਾਰਮ 'ਚੋਂ ਮੂੰਗਫਲੀ ਮਿਲ ਜਾਣੀ ਆ। ਅਤੇ ਜੇ ਹੋਰ ਕੁਛ ਚਾਹੀਦਾ, ਝੋਨਾ ਚਾਹੀਦਾ, ਝੋਨਾ ਮਿਲ ਜਾਣਾ ਉਹਨੂੰ। ਲੇਕਿਨ ਜੇ ਖਰਾਬ ਹੋ ਗਿਆ, ਮੌਸਮੀ ਕੋਈ ਨੈਚੁਰਲ ਡਿਜ਼ਾਸਟਰ ਆ ਗਿਆ, ਹੜ੍ਹ ਆ ਗਏ, ਕੁਛ ਆ ਗਿਆ, ਉਹਦੇ ਲਈ ਕੰਪਨੀ ਜ਼ਿੰਮੇਵਾਰ ਹੀ ਨਹੀਂ। ਉਹਦੇ ਲਈ ਕੌਣ ਜ਼ਿੰਮੇਵਾਰ ਆ? ਕਿਸਾਨ। ਜਾਂ ਤਾਂ ਫਿਰ ਕੰਟਰੈਕਟ 'ਚ ਇਹ ਹੋਏ ਨਾ ਵੀ ਜੇ ਇਸ ਫਸਲ ਦੇ ਵਿੱਚ ਕਿਸੇ ਵੀ ਕੁਦਰਤੀ ਆਪਦਾ ਨਾਲ, ਨੈਚੁਰਲ ਡਿਜ਼ਾਸਟਰ ਦੇ ਨਾਲ ਨੁਕਸਾਨ ਹੋ ਗਿਆ, ਅਤੇ ਉਹ ਨੁਕਸਾਨ ਦੀ ਭਰਪਾਈ ਵੀ ਅੱਧੀ ਅੱਧੀ ਹੋਊਗੀ। ਅੱਧੀ ਕਿਸਾਨ ਦੀ, ਅੱਧੀ ਉਹ ਕੰਪਨੀ ਦੇ ਕੰਟਰੈਕਟ ਕਰਨ ਵਾਲੇ ਦੀ। ਫਿਰ ਤਾਂ ਮੰਨਦੇ ਕਿ ਕਿਸਾਨ ਦਾ ਹਿੱਤ ਸੀਗਾ, ਹੈ ਨਾ। ਅਤੇ ਕਿਸਾਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਆ ਜਿਹੜੀ ਕੰਟਰੈਕਟ ਫਾਰਮਿੰਗ ਆ, ਇਹ ਤੁਸੀਂ ਜ਼ਿਆਦਾ ਲੀਜ਼ 'ਤੇ ਨਾ ਦਿਓ। ਯਾਰ ਮੇਰਾ ਘਰ ਆ, ਜੇ ਮੈਂ ਕਿਸੇ ਨੂੰ ਲੀਜ਼ 'ਤੇ ਦਊਂਗਾ ਤਾਂ ਕੋਈ ਆਊਗਾ ਨਾ। ਜੇ ਮੈਂ ਦਊਂਗਾ ਹੀ ਨਹੀਂ ਤਾਂ ਫਿਰ ਤੇ ਗੌਰਮੈਂਟ ਫੋਰਸ ਨਹੀਂ ਕਰ ਰਹੀ ਆਪਾਂ ਨੂੰ ਇਸ ਚੀਜ਼ ਲਈ। ਗੌਰਮੈਂਟ ਆਪਾਂ ਨੂੰ ਨਹੀਂ ਕਰੀ ਤੁਸੀਂ ਜ਼ਮੀਨ ਦੇਣੀ ਦੇਣੀ ਹੈ, ਨਾ ਦਿਓ, ਤੁਸੀਂ ਆਪਦੀ ਮਰਜ਼ੀ ਨਾਲ ਕਰੋ ਜੋ ਕਰਨਾ। ਅਤੇ MSP ਰਹੂਗਾ ਮਾਰਕੀਟ 'ਚ, MSP ਹੈਗਾ ਹੀ ਆ, ਅਤੇ ਉਹਨੂੰ ਰਿਟੇਨ ਰਹਿਣਾ ਚਾਹੀਦਾ। ਗੱਲ ਵੀ ਕਿੰਨੀ ਗਲਤ ਆ, ਦੇਖੋ ਤੁਸੀਂ ਕਿ ਕਰੋਨਾ ਚੱਲ ਰਿਹਾ, ਕਰੋਨਾ ਸਾਡੀ ਜਿਹੜੀ GDP ਆ -23 ਆ ਗਈ, ਜੋ ਕਿ ਬਹੁਤ ਸ਼ਰਮ ਵਾਲੀ ਗੱਲ ਸੀਗੀ ਪੂਰੇ ਵਰਲਡ 'ਚ। ਬਚਾਈ ਕਿੰਨੇ? ਕਿਸਾਨਾਂ ਨੇ। ਜੇ -28 ਆਈ ਨਹੀਂ ਤਾਂ ਵਰਲਡ ਸਭ ਤੋਂ ਥੱਲੇ ਚੱਲ ਜਾਂਦੇ ਅਤੇ ਸਾਲੀ ਇੰਡੀਆ ਦੀ ਨੱਕ ਕੱਟੀ ਜਾਂਦੀ। ਕਿਸਾਨਾਂ ਨੇ ਬਚਾਈ, ਅਤੇ ਉਹੀ ਕਿਸਾਨ ਅੱਜ ਆਪਣੇ ਹੱਕਾਂ ਲਈ ਦਿੱਲੀ ਦੇ ਬਾਰਡਰ 'ਤੇ ਬੈਠੇ ਆ। ਕਿੰਨੀ ਗਲਤ ਗੱਲ ਆ। ਦੂਜਾ, ਕਿਸਾਨ ਦੀ ਇਨਕਮ ਆਜ਼ਾਦੀ ਤੋਂ ਬਾਅਦ ਹੁਣ ਤੱਕ 21% ਵਧੀ ਹੈ। ਮਤਲਬ 20 ਤੋਂ 25%, ਕੁਛ ਇੱਦਾਂ ਦਾ ਡਾਟਾ ਹੈਗਾ ਵੀ 20 ਤੋਂ 25% ਇਨਕਮ ਜਿਹੜੀ ਵਧੀ ਆ। 20 ਤੋਂ 25% ਸੁਣਨ ਨੂੰ ਲੱਗਦਾ ਬਹੁਤ ਜ਼ਿਆਦਾ। ਤੁਹਾਨੂੰ ਐਂ ਲੱਗੂਗਾ, ਅਗਲਾ ਡਾਟਾ ਜੋ ਦੱਸੂਗਾ ਫਿਰ ਤੁਹਾਨੂੰ ਪਤਾ ਲੱਗੂਗਾ। ਅਤੇ ਟੀਚਰ ਦੀ ਇਨਕਮ ਪਤਾ ਕਿੰਨੀ ਵਧੀ ਆ? 170 ਤੋਂ 180%। ਕਿਸਾਨ ਦੀ 21% ਅਤੇ ਗੌਰਮੈਂਟ ਟੀਚਰਸ ਦੀ
170 ਤੋਂ 180%, ਤੇ ਉਹ ਡਾਕਟਰਸ ਦੀ 300%, ਹੋਰ ਆਫੀਸਰਸ ਦੀ 200 250%, ਤੇ ਕਿਸਾਨ ਦੀ 21%। ਹੁਣ ਦੇਖੋ ਫਰਕ ਕਿ ਜਦੋਂ ਕਿਸਾਨ 2-3 ਹਜ਼ਾਰ ਕਮਾਉਂਦਾ ਸੀ, ਅੱਜ ਠੀਕ ਹੈ 10,000 ਕਮਾ ਰਿਹਾ। ਉਹੀ ਟੀਚਰ ਜਿਹੜਾ 2-3 ਹਜ਼ਾਰ ਕਮਾਉਂਦਾ ਸੀ ਤੇ ਅੱਜ ਕਿੰਨਾ ਕਮਾ ਰਿਹਾ ਉਹ? 35,000 40,000 ਪਰ ਮੰਥ। ਸੋ ਵਾਈ ਦਿਸ ਡਿਸਕ੍ਰਿਪੈਂਸੀ ਇਜ਼ ਹੇਅਰ? ਈਵਨ ਦੈਨ ਕੋਈ ਬਿੱਲ ਆ ਰਿਹਾ ਕਿਸਾਨਾਂ ਲਈ, ਟੀਚਰ ਲਈ ਕੋਈ ਬਿੱਲ ਨਹੀਂ ਹੈ, ਗਵਰਨਮੈਂਟ ਜੋਬ ਲਈ ਕੋਈ ਬਿੱਲ ਨਹੀਂ, ਬੇਰੁਜ਼ਗਾਰੀ ਲਈ ਕੋਈ ਬਿੱਲ ਨਹੀਂ। ਸਭ ਤੋਂ ਇੰਪੋਰਟੈਂਟ ਚੀਜ਼ ਗਵਰਨਮੈਂਟ ਦੀ ਜਿਸ 'ਤੇ ਸ਼ੰਕਾ ਹੁੰਦੀ ਗਵਰਨਮੈਂਟ 'ਤੇ, ਜਿਹੜੇ ਆ ਡਿਸੀਜ਼ਨਸ ਆ ਇਹਨਾਂ 'ਤੇ ਜਿਹੜਾ ਸ਼ੱਕ ਜਾਂਦਾ ਕਿ ਕਰੋਨਾ ਪੀਰੀਅਡ 'ਚ ਕੀ ਲੋੜ ਸੀ ਯਾਰ ਬਿੱਲ ਲਿਆਉਣ ਦੀ। ਹੁਣ ਤੁਸੀਂ ਦਿੱਲੀ ਬਾਰਡਰ 'ਤੇ ਬਹਿ ਕੇ ਰੋ ਰਹੇ ਹੋ ਵੀ ਕਰੋਨਾ ਵਾਪਸ ਜਾਓ। ਜਦੋਂ ਬਿੱਲ ਲਿਆਂਦਾ ਸੀਗਾ ਉਦੋਂ ਨਹੀਂ ਸੀ ਪਤਾ ਵੀ ਕਰੋਨਾ ਹੈਗਾ। ਕਰੋਨਾ ਨੂੰ ਖਤਮ ਹੋਣ ਦਿੰਦੇ, ਕੋਈ ਵੈਕਸੀਨ ਆਉਣ ਦਿੰਦੇ। ਵੈਕਸੀਨ 'ਤੇ ਕੰਮ ਕਰੋ ਯਾਰ, ਕਰੋਨਾ ਨੂੰ ਕੰਟਰੋਲ ਕਰੋ। ਕਿਸਾਨ ਬਿੱਲ ਲਿਆਤਾ ਤੁਸੀਂ, ਕਿਹੜੀ ਏਡੀ ਐਮਰਜੈਂਸੀ ਸੀਗੀ ਇੰਡੀਆ 'ਚ ਯਾਰ ਕਿਸਾਨ ਬਿੱਲ ਨੂੰ ਲਿਆਉਣ ਦੀ? 3 ਬਿੱਲ ਆਹੀ ਜਿਹੜੇ ਮੈਂ ਦੱਸੇ ਆ, ਸੋਲਿਊਸ਼ਨ ਵੀ ਦੱਸਿਆ, ਕੀ ਇਹਨਾਂ ਦਾ ਕੋਈ ਸੀਗਾ? ਕੋਈ ਇਹਨਾਂ ਦੀ ਜ਼ਰੂਰਤ ਸੀਗੀ ਇੰਨੀ ਜਲਦੀ ਇਹਨਾਂ ਨੂੰ ਲਿਆਉਣ ਦੀ? ਕੋਈ ਜ਼ਰੂਰਤ ਨਹੀਂ ਸੀਗੀ। ਤਾਂ ਹੀ ਗਵਰਨਮੈਂਟ 'ਤੇ ਸ਼ੱਕ ਜਾਂਦਾ। ਸੋ ਲਾਸਟ ਕਨਕਲੂਡ ਮੈਂ ਇਹੀ ਕਰੂੰਗਾ ਵੀ ਇੱਕ ਤਾਂ ਜਿਹੜੀ MSP ਆ ਕਿਸਾਨਾਂ ਨੂੰ ਉਹਦੇ ਲਈ ਸਪੈਸ਼ਲ ਕਹਿਣਾ ਚਾਹੀਦਾ ਵੀ ਇਹਨੂੰ ਰਹਿਣਾ ਚਾਹੀਦਾ MSP। ਔਰ ਮੈਂ ਕਹੂੰਗਾ MSP ਕਿਉਂ ਯਾਰ, MRP ਹੋਣਾ ਚਾਹੀਦਾ। ਆਪਾਂ ਕੋਈ ਚੀਜ਼ ਖਰੀਦਦੇ ਹਾਂ, ਕੁਝ ਵੀ ਕਰਦੇ ਹਾਂ, ਉਹਦੇ 'ਤੇ ਮੈਕਸਿਮਮ ਰਿਟੇਲ ਪ੍ਰਾਈਸ ਹੁੰਦਾ, ਤੇ ਗਵਰਨਮੈਂਟ ਲਈ ਕਿਉਂ ਮਿਨੀਮਮ ਸਪੋਰਟ ਪ੍ਰਾਈਸ? ਕਿਸਾਨਾਂ ਲਈ ਕਿਉਂ MSP? ਉਹਨਾਂ ਲਈ ਵੀ ਹਰ ਚੀਜ਼ ਦਾ ਉਹ ਲਾਅ ਹੋਣਾ ਚਾਹੀਦਾ ਵੀ ਉਹ ਵਿਕਣੀ ਚਾਹੀਦੀ ਤੇ ਗਵਰਨਮੈਂਟ ਤੋਂ ਖਰੀਦਣੀ ਵੀ ਚਾਹੀਦੀ ਆ। ਜਿਹੜੇ FCI ਦੇ ਆਫੀਸਰਸ ਬੈਠੇ ਆ ਇਹਨਾਂ ਨੂੰ ਚੇਂਜ ਕਰੋ ਪਹਿਲਾਂ, ਤੁਸੀਂ ਇਹਨਾਂ 'ਤੇ ਬਿੱਲ ਪਾਸ ਕਰੋ ਵੀ ਇਹ ਜੇ ਕਿਸੇ ਕਿਸਾਨ ਨੂੰ ਵਾਪਸ ਭੇਜਦੇ ਆ ਝੂਠ ਬੋਲ ਕੇ ਵੀ ਸਾਡੇ ਕੋਲ ਸਟੋਰੇਜ ਦੀ ਜਗ੍ਹਾ ਨਹੀਂ ਆ, ਸਾਡੇ ਕੋਲ ਸੋਰਸਿਸ ਨਹੀਂ ਆ, ਤੇ ਉਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ, ਉਹ ਵੀ ਉਸੇ ਵੇਲੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ 'ਤੇ। ਲੇਕਿਨ ਨਹੀਂ, ਇੱਥੇ ਹੈ ਹੀ ਕੁਛ ਨਹੀਂ। ਹੁਣ ਉਹਨਾਂ ਦੀ ਕਰਪਸ਼ਨ ਮੈਨੂੰ ਪਤਾ ਕਿੱਦਾਂ ਹੁੰਦੀ ਹੈ, ਮੈਂ ਤੁਹਾਨੂੰ ਇਸ ਤਰ੍ਹਾਂ ਔਨਲਾਈਨ ਤਾਂ ਨਹੀਂ ਦੱਸ ਸਕਦਾ। ਤੁਸੀਂ ਕਦੀ ਦੇਖਿਓ ਸਰਚ ਮਾਰ ਕੇ ਹੋਰ ਕਿੱਦਾਂ ਹੁੰਦੀ ਹੈ, ਸਭ ਪਤਾ ਲੱਗ ਜਾਊਗਾ ਤੁਹਾਨੂੰ ਵੀ ਉਹ ਜਿਹੜਾ FCI ਦਾ ਆਫੀਸਰ ਇੱਕ ਬੈਠਾ ਹੁੰਦਾ ਕਿਸ ਤਰ੍ਹਾਂ ਉਹ ਇੱਕ ਆਏ ਕਿਸਾਨ ਵਿਚਾਰੇ ਨੂੰ ਭੇਜ ਦਿੰਦਾ ਕਿ ਮੇਰੇ ਕੋਲ ਜਗ੍ਹਾ ਹੈ ਨਹੀਂ ਤੇਰੇ ਝੋਨੇ ਲਈ, ਤੇਰੇ ਕਣਕ ਲਈ। ਦੂਸਰਾ ਕਨਕਲੂਜਨ, ਇੱਕ MSP ਹੋ ਗਿਆ, ਇਹਨੂੰ ਨਹੀਂ ਛੱਡਣਾ ਐਟ ਐਨੀ ਕੋਸਟ। MSP ਨੂੰ ਨਹੀਂ ਛੱਡਣਾ। ਗਵਰਨਮੈਂਟ ਕਹਿ ਰਹੀ ਆ ਵੀ ਰਹੂਗਾ, ਪਰ ਜੇ ਮੰਡੀ ਨਹੀਂ ਰਹੂਗੀ ਤੇ ਕਦੀ MSP? ਗਵਰਨਮੈਂਟ ਟੋਟਲੀ ਬਲਫ ਕਰ ਰਹੀ ਆ, ਕਿਸਾਨਾਂ ਦੇ ਨਾਲ। ਨੈਕਸਟ ਚੀਜ਼, ਜਿਹੜੀ ਕੰਟਰੈਕਟ ਫਾਰਮਿੰਗ ਆ, ਉਹ FCI ਅਧਿਕਾਰੀ ਤੇ ਪਹਿਲਾਂ ਹੀ ਕਰਪਟ ਬੈਠਾ, ਉਹ ਤਾਂ ਰਲ ਜਾਏਗਾ ਕੰਪਨੀ 'ਚ ਤੇ ਮੁੜ ਕੇ ਚੇਂਜ ਹੋ ਜਾਏਗਾ ਪੈਸੇ ਖਾ ਕੇ। ਉਹ ਹਮੇਸ਼ਾ ਸਰਪੰਚ, ਬਲਾਕ ਸਮਿਤੀ, ਪੰਚਾਇਤੀ ਮੈਂਬਰਸ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਆ, ਉਹਨਾਂ ਦੇ ਸਾਈਨ ਸਟੈਂਪਾਂ ਉਹਨਾਂ ਦੇ ਲੱਗਣੀਆਂ ਚਾਹੀਦੀਆਂ, ਤਾਂ ਕਿ ਜੇ ਕੱਲ੍ਹ ਨੂੰ ਕੋਈ ਝੋਲ ਹੁੰਦਾ, ਜੇ ਕੱਲ੍ਹ ਨੂੰ ਕੋਈ ਕੰਪਨੀ ਝੋਲ ਕਰਦੀ ਆ ਤੇ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਆ। ਤੇ ਇੱਕ ਚੀਜ਼, ਜਿਹੜੀ ਕਿਸਾਨਾਂ ਨੂੰ ਕੋਰਟ ਜਾਣ ਦੀ, ਜਿਹੜੀ ਉਹਨਾਂ ਦੀ ਕੋਰਟ ਜਾਣ ਦੀ ਪਰਮਿਸ਼ਨ, ਉਹ ਜ਼ਰੂਰ ਹੋਣੀ ਚਾਹੀਦੀ ਆ। ਇਹ ਜੇ ਕੋਰਟ 'ਚ ਨਹੀਂ ਜਾਣਗੇ ਯਾਰ ਵਿਚਾਰੇ, ਤੇ ਕੱਲ੍ਹ ਨੂੰ ਕੋਈ ਧੋਖਾਧੜੀ ਹੋ ਗਈ, ਉਹਦੀ ਕਨਵਿਕਸ਼ਨ ਕਿਸ ਤਰ੍ਹਾਂ ਤੈਅ ਕਰੋ? ਘਰ ਬਹਿ ਕੇ ਤੈਅ ਕਰੋਗੇ? ਫਿਰ ਕਿਸਾਨ ਵਿਚਾਰਾ ਆਪ ਜਾ ਕੇ ਕੰਪਨੀ ਦੇ ਬੰਦੇ ਨੂੰ ਗੋਲੀ ਮਾਰ ਕੇ ਆਊਗਾ ਤੇ ਫਿਰ ਹੋ ਜਾਊਗਾ ਕਨਵਿਕਸ਼ਨ। ਉਹ ਕੀ ਕਰੂਗਾ? ਜਾਂ ਤਾਂ ਆਪ ਮਰੂਗਾ ਜਾਂ ਕਿਸੇ ਨੂੰ ਮਾਰ ਦੂਗਾ। ਫਿਰ ਜੇ ਮੰਨ ਲਓ ਕੁਦਰਤੀ ਆਪਦਾ ਆ ਗਈ, ਸਾਰਾ ਖੇਤ ਉਹਦਾ ਵਹਿ ਗਿਆ, ਸਾਰੀ ਉਹਦੀ ਫਸਲ ਜਿਹੜੀ ਵਹਿ ਗਈ, ਤੇ ਉਹਦੇ ਲਈ ਉਹ ਕੰਪਨੀ ਦਾ ਕੋਈ ਰਿਸਪੌਂਸਿਬਿਲਟੀ ਹੈ ਨਹੀਂ। ਕੰਪਨੀ ਆਊਗੀ ਆਪਣੇ ਆਲੂ ਲੈਣ, ਆਪਣੇ ਮੂੰਗਫਲੀ ਲੈਣ, ਲਿਆਓ ਜੀ 2 ਮੂੰਗਫਲੀ ਕਿੰਨੀ ਬਚੀ ਆ? ਉਹਨਾਂ ਨੇ ਕਹਿਣਾ ਭਰਾ ਬਚੀ ਹੈ, ਸਾਡਾ ਖੇਤ ਤੇ ਸਾਰਾ ਪਾਣੀ 'ਚ ਵਹਿ ਗਿਆ ਤੇ ਮੂੰਗਫਲੀ ਤਾਂ ਬਚੀ ਨਹੀਂ। ਉਹਨੇ ਕਹਿਣਾ ਠੀਕ ਆ ਜੀ, ਫਿਰ ਜੋ ਜਿੰਨੀ ਬਚੀ ਉਹਨਾਂ ਦੇ ਪੈਸੇ ਲੈ ਲਓ। ਤੇ ਉਹਦਾ ਕਿਸਾਨ ਦੀ ਮਿਹਨਤ, ਉਹਦਾ ਜਿਹੜਾ ਲਾਇਆ ਹੋਇਆ ਬੀਜ, ਇੰਨਾ ਉਹਦਾ ਖਰਚਾ ਪਾਣੀ ਦਾ, ਬਿਜਲੀ ਦਾ, ਉਹ ਕੌਣ ਪੇ ਕਰੂਗਾ? ਉਹਦੇ ਲਈ ਵੀ ਤਾਂ ਕੋਈ ਬਿੱਲ ਹੋਣਾ ਚਾਹੀਦਾ ਨਾ। ਉਹਦੇ ਲਈ ਬਿੱਲ 'ਚ ਰੱਖੋ ਫਿਰ, ਜਾਂ ਤੇ ਵੀ ਜੇ ਨੁਕਸਾਨ ਹੋਇਆ ਤੇ ਜੇ ਜ਼ਮੀਨ ਇੱਕ ਵਾਰੀ ਕੰਟਰੈਕਟ ਹੋ ਗਈ, ਤੇ ਉਸ ਜ਼ਮੀਨ 'ਚ ਜਿੰਨਾ ਨੁਕਸਾਨ ਹੋਇਆ ਉਹ ਵੀ ਉਹਨੇ ਪਰਸੈਂਟੇਜ, ਉਹਦਾ ਮਤਲਬ 20-30% ਕੰਪਨੀ ਪੇ ਕਰੂਗੀ, ਕਿਸਾਨ ਨਹੀਂ ਪੇ ਕਰੂਗਾ 100%। ਫਾਇਦਾ ਕੰਪਨੀ ਦਾ 100%, ਨੁਕਸਾਨ ਕਿਸਾਨ ਦਾ ਸਾਰਾ। ਇਹ ਕਿਉਂ? ਇਹ 2-3 ਚੀਜ਼ਾਂ ਜ਼ਰੂਰ ਇਸ ਬਿੱਲ 'ਚ ਅਮੈਂਡ ਹੋਣੀਆਂ ਚਾਹੀਦੀਆਂ, ਤਾਂ ਹੀ ਕਿਸਾਨ ਜਿਹੜਾ ਵਾਪਸ ਜਾਊਗਾ। ਨਹੀਂ ਤੇ ਉਹ ਤਾਂ ਘੇਰੀ ਬੈਠੇ ਦਿੱਲੀ ਨੂੰ, ਅੱਜ ਉਹ ਤਾਂ ਘੇਰੀ ਬੈਠੇ ਦਿੱਲੀ ਨੂੰ, ਉਹ ਨਹੀਂ ਜਾਂਦੇ ਪਿੱਛੇ। ਤੇ ਕਿਸਾਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ, ਉਹ ਆਪਦੇ ਹੱਕ ਲਏ ਬਿਨਾਂ ਵਾਪਸ ਨਹੀਂ ਜਾਂਦੇ। ਇਸ ਟਾਈਮ ਆਪਣਾ ਦੀਪ ਸਿੱਧੂ, ਬਾਈ ਲੱਖਾ ਸਿਧਾਣਾ,
ਹੋਰ ਲੀਡਰ ਜਿਹੜੇ ਨੇ ਸਾਰੇ ਮੂਹਰੇ ਲੱਗੇ ਹੋਏ ਨੇ ਉੱਥੇ, ਬੈਠੇ ਨੇ ਜਾ ਕੇ ਸਾਰੇ ਬਾਰਡਰ ਤੇ। ਸਾਡੇ ਵੀ ਭਰਾ ਹੈਗੇ ਨੇ ਵਿੱਚ ਕੁਝ ਜਿਹੜੇ ਬੈਠੇ ਨੇ ਉੱਥੇ, ਉਹ ਨਹੀਂ ਜਾਂਦੇ ਇਸ ਤਰ੍ਹਾਂ ਫਿਰ ਆਪਣਾ ਹੱਕ ਲਏ ਬਿਨਾਂ। ਉਹ ਜਾਣਾ ਵੀ ਨਹੀਂ ਚਾਹੀਦਾ, ਉਹਨਾਂ ਨੂੰ ਜਾਣਾ ਵੀ ਨਹੀਂ ਚਾਹੀਦਾ। ਸੋ ਆਹੀ ਹੈ ਮੇਰੇ ਜਿਹੜੇ ਰਿਸਰਚ ਤੋਂ ਬਾਅਦ, ਇੰਨੀ ਰਿਸਰਚ ਇੰਨੇ ਦਿਨ ਹੋ ਗਏ ਮੱਥਾ ਪੱਚੀ ਕਰਦਿਆਂ ਹੀ ਰਸਤਾ ਲੱਭ ਰਿਹਾ ਵੀ ਕਿਸਾਨਾਂ ਲਈ। ਕਿਉਂ ਗੌਰਮੈਂਟ ਨੇ ਤਾਂ ਕਹਿ ਤਾ ਵੀ ਬਿੱਲ ਤਾਂ ਵਾਪਸ ਹੋਣਾ ਹੀ ਨਹੀਂ, ਜੋ ਮਰਜ਼ੀ ਕਰ ਲਓ। ਚਲੋ ਉਹ ਤਾਂ ਹੁਣ ਅੱਗੋਂ ਡਿਸੀਜ਼ਨ ਆ ਵੀ ਇੰਨਾ ਮਤਲਬ ਕਿਸਾਨ ਉੱਥੇ ਪਹੁੰਚ ਗਿਆ ਤੇ ਸ਼ਾਇਦ ਗੌਰਮੈਂਟ ਵਾਪਸ ਕਰ ਲੇ, ਤੇ ਨਹੀਂ ਤੇ ਜੇ ਅਮੈਂਡਮੈਂਟਸ ਹੀ ਕਰਾਉਣੀਆਂ ਤੇ ਫਿਰ ਆਹ ਚੀਜ਼ਾਂ ਅਮੈਂਡ ਜ਼ਰੂਰ ਕਰਾਉਣੀਆਂ। MSP, ਬਲਾਕ ਸੰਮਤੀ ਦੇ ਮੈਂਬਰ, ਪੰਚਾਇਤੀ ਮੈਂਬਰ ਦੀ ਪ੍ਰੈਜ਼ੈਂਸ, ਤੇ ਜਿਹੜਾ ਨੁਕਸਾਨ ਹੋਣਾ ਉਹ ਨੁਕਸਾਨ ਵੀ ਜਿਹੜੀ ਕੰਪਨੀ ਆ ਉਹ ਬਰਾਬਰ ਝੇਲੂਗੀ। ਜਿਹੜੇ ਨਾਲ ਕੰਟਰੈਕਟ ਹੋਊਗਾ ਉਹਦਾ ਖਰਚਾ ਉਹ ਦੇਣਗੇ, ਠੀਕ ਹੈ। ਜੇ ਨਹੀਂ ਜਾਂਦੇ ਤਾਂ ਫਿਰ ਕਿਸਾਨ ਕੋਰਟ 'ਚ ਜਾ ਸਕਦਾ। ਐਟਲੀਸਟ ਸੈਸ਼ਨ ਕੋਰਟ ਹੀ ਰੱਖੋ, ਹਾਈ ਕੋਰਟ ਜਾਂ ਸੁਪਰੀਮ ਕੋਰਟ ਚਾਹੇ ਰਹਿਣ ਦਿਓ, ਠੀਕ ਹੈ। ਹਾਈ ਕੋਰਟ ਤੱਕ ਰੱਖ ਦਿਓ ਵੀ ਹਾਈ ਕੋਰਟ, ਸੈਸ਼ਨ ਕੋਰਟ। ਜੇ ਹਰ ਸਿਟੀਜ਼ਨ ਦਾ ਅਧਿਕਾਰ ਹੈ ਯਾਰ ਜਾਣ ਦਾ, ਉੱਥੇ ਜਾਣਾ ਚਾਹੀਦਾ ਉੱਥੇ। ਸੋ ਆਪਣੀ ਗੱਲ ਨੂੰ ਖ਼ਤਮ ਕਰਦੇ ਹੋਏ ਬਾਕੀ ਸਤਿ ਸ਼੍ਰੀ ਅਕਾਲ ਜੀ, ਜੈ ਹਿੰਦ।